बिस्मिल्लाहिर्रहमानिर्रहीम अस्सलाम वालेकुम नाज़रीन। मैं हूँ मियाँ मुहम्मद अफजल। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਹੈ ਭਿੰਡੀ ਦੇ ਮੁਤਲਕ ਕਿ ਫਾਈਨਲ ਭਿੰਡੀ ਜਨਵਰੀ ਦੇ ਵਿੱਚ ਕਿਹੜੀ ਤਰੀਕ ਨੂੰ ਲਾਣੀ ਤੇ ਕਿਤਨੀ ਕਿਸਮ ਦੇ ਬੀਜ ਹੈ, ਫਰਟੀਲਾਈਜ਼ਰ ਕਿਤਨੀ ਲਾਉਣੀ ਹੈ, ਕਿਹੜੀ ਤਾਰੀਖ ਨੂੰ ਲਾਉਣੀ ਹੈ। ਇਹ ਸਾਰੀ ਜਿਹੜੀ ਗੁਫ਼ਤਗੂ ਹੈ ਇਹ ਅੱਜ ਇਸ ਵੀਡੀਓ ਦੇ ਵਿੱਚ ਦੱਸੀ ਜਾਏਗੀ। ਫਾਈਨਲ ਗੁਫ਼ਤਗੂ ਜਨਵਰੀ ਦੇ ਮੁਤਲਕ ਇਹ ਵੀਡੀਓ ਬਣਾਈ ਜਾ ਰਹੀ ਹੈ ਸਿਰਫ ਭਿੰਡੀ ਦੀ ਜਨਵਰੀ ਦੇ ਮੁਤਲਕ। ਤੇ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਲਾਈਕ ਵੀ ਕੀਤਾ ਕਰੋ, ਸਬਸਕ੍ਰਾइब भी किया करो तो कमेंट्स ਵਿੱਚ ਆਪਣੀ ਰਾਏ ਦਾ ਇਜ਼ਹਾਰ ਕੀਤਾ ਕਰੋ, ਕਿਉਂਕਿ ਇਨਸਾਨ ਗੁਫ਼ਤਗੂ ਦੇ ਦੌਰਾਨ ਕੋਈ ਨਾ ਕੋਈ ਗੱਲ ਭੁੱਲ ਜਾਂਦਾ ਹੈ, ਭਾਵੇਂ ਉਹ ਜਿਹੜਾ ਵੀ ਜ਼ਹੀਨ ਹੋਵੇ। ਤੇ ਜਦੋਂ ਵੀਡੀਓ ਕੰਪਲੀਟ ਹੋ ਜਾਂਦੀ ਉਦੋਂ ਫਿਰ ਕੋਈ ਸਵਾਲ ਰਹਿ ਜਾਂਦਾ, ਉਹ ਯਾਦ ਆ ਜਾਂਦਾ ਹੈ। ਤੇ ਮੈਂ एक और रिक्वेस्ट करना चाहना, रोज़ाना सुबह उठ के 100 मरतबा अस्तगफिरुल्लाह और 100 मरतबा सल्लल्लाहु अलैहि वसल्लम दा विरद जरूर किया करो। ते दुनिया का जेड़ा भी काम ना होवे, जिंदे च भी बरकत ना होवे, अल्लाह दे हुक्म नाल, अल्लाह दी मेहरबानी नाल वो काम हो जाता है ते अल्लाह भी राजी होंदा और उसका महबूब भी राजी होंदा है। ते मेरी इस वीडियो नू एंड तिकर तुसी जरूर देखना, मेरी यूट्यूब फैमिली। ਤੇ जिस शख्सियत नाल मैं हुण गल करन लगा उन्हां दा नाम है मियां रियाज अहमद। इन्हां दा ताल्लुक जिला उकाड़े नाल है ते ਇਹ 25 ਏਕੜ ਰਕਬਾ ਇਹਨਾਂ ਠੇਕੇ ਤੇ ਲੈ ਕੇ ਤੇ ਇਹਨਾਂ ਲਈਏ ਦੇ ਵਿੱਚ ਗੱਡਿਆ ਹੈ ਤੇ 5 ਏਕੜ ਇਹਨਾਂ ਨੇ ਉੱਥੇ ਹੁਣ ਭਿੰਡੀ ਕਾਸ਼ਤ ਕਰਕੇ ਤੇ ਵਾਪਸ ਆਏ ਨੇ। ਤੇ ਮੈਨੂੰ ਪਤਾ ਚੱਲਿਆ ਤੇ ਮੈਂ ਫਿਰ ਇਹਨਾਂ ਦੇ ਘਰ ਆਇਆ ਤੇ ਆ ਕੇ ਇਹਨਾਂ ਕੋਲ ਇੰਟਰਵਿਊ ਲੈ ਰਿਹਾ। ਮੈਂ ਆਪਣੀ ਰਾਏ ਦਾ ਇਜ਼ਹਾਰ ਵੀ ਕਰਾਂਗਾ ਤੇ ਇਹ ਆਪਣੀ ਰਾਏ ਦਾ ਵੀ ਇਜ਼ਹਾਰ ਕਰਨਗੇ। जनाब अस्सलाम वालेकुम। वालेकुम मियां सलाम। साहब की हाल है? अल्लाह दा करम जी, बेहतरीन। बड़ी मेहरबानी जी, ਤੁਸੀਂ ਸਾਨੂੰ ਟਾਈਮ ਦਿੱਤਾ ਹੈ ਜੀ। ਮੈਂ ਤਾਂ ਇਹ ਵੀਡੀਓ ਜ਼ਾਤੀ ਤੌਰ ਤੇ ਅੱਜ ਬਣਾ ਰਿਹਾ ਸੀ माशाअल्लाह। ਕਿਉਂਕਿ ਮੇਰੇ ਮੁਹੱਬਤ ਕਰਨ ਵਾਲੇ ਲੰਦਨ ਤੋਂ ਵੀ, ਉਹਨਾਂ ਦਾ ਯੂਕੇ ਤੋਂ ਵੀ ਮੇਰੇ ਨਾਲ ਤਾਲੁਕ ਹੈ ਤੇ ਲਈਏ ਤੋਂ ਵੀ ਤਾਲੁਕ ਹੈ ਤੇ ਚਿਸ਼ਤੀਆਂ ਬਾਵਲ ਨਗਰ ਚਿਸ਼ਤੀਆਂ ਤੋਂ ਵੀ ਤਾਲੁਕ ਹੈ। ਤਹਿਸੀਨ ਮੁੰਡੇ ਦਾ ਨਾਂ ਹੈ, ਉਹ ਬਾਰ-ਬਾਰ ਮੇਰੇ ਕੋਲ ਇਨਫੋਰਮੇਸ਼ਨ ਲੈਂਦਾ ਹੈ ਤੇ ਕਾਫੀ ਦੋਸਤਾਂ ਨੂੰ ਮੈਂ ਕਿੰਨੇ ਦਾ ਨਾਂ ਲਵਾਂ ਜੀ। मैं सारिਆਂ ਦਾ शुक्रगुजार हाँ ਜਿਹੜੀ ਮੇਰੀ ਵੀਡੀਓ ਵੇਖਦੇ ਨੇ, ਮੇਰੇ ਨਾਲ ਪਿਆਰ ਮੁਹੱਬਤ ਕਰਦੇ ਨੇ। ਥੋੜੇ ਜਿਹੇ ਲਫ਼ਜ਼ਾਂ ਥੋੜੇ ਜਿਹੇ ਟਾਈਮ ਦੇ ਵਿੱਚ ਤੁਸੀਂ ਇਹਦੀ ਸਾਰੀ ਤਫਸੀਲ ਦੱਸਣੀ ਹੈ ਜੀ, ਕਿਉਂਕਿ ਜਿਹੜੇ ਸਾਡੇ ਪਾਕਿਸਤਾਨੀ ਭਾਈ ਹਨ ਨਾ, ਉਹ ਲੰਬੀ ਵੀਡੀਓ ਵੇਖਣਾ ਪਸੰਦ ਨਹੀਂ ਕਰਦੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ 1-2 ਮਿੰਟਾਂ ਦੇ ਵਿੱਚ ਹੀ ਨਾ ਇੱਕੇ ਸੱਟ ਨਾਲ ਤੇਲ ਨਿਕਲ ਆਵੇ, ਸਹੀ ਗੱਲ। ਸਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਤਾਂ ਕਰਕੇ ਤੁਹਾਨੂੰ ਰਿਕੁਐਸਟ ਕੀਤੀ ਹੈ ਕਿ 10 ਤੋਂ 12 ਮਿੰਟਾਂ ਦੇ ਵਿੱਚ ਨਾ ਤੁਸੀਂ ਇਹ ਸਾਰੀ ਵੀਡੀਓ ਕੰਪਲੀਟ ਕਰ ਦਿਆ ਜੇ। 1 ਮਿੰਟ 'ਚ मैं अपने ख्यालों का इजहार करांगा, जिस तरीके दे नाल मैं काश्त करना ते बाकी सारा टाइम तुहाडा है जी भी तुसी किस तरीके नाल काश्त करदे हो। सारिਆਂ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਬੀਜ ਹੈ 1 ਏਕੜ ਦਾ ਉਹ ਕਿਤਨੇ ਕਿਲੋ ਜਨਵਰੀ ਦੇ ਵਿੱਚ ਅਸੀਂ ਖਰੀਦ ਕੇ ਲਿਆਉਣਾ ਤੇ ਲਾਉਣਾ? ਸ਼ਾਰਟਕਟ ਲਫ਼ਜ਼ਾਂ ਵਿੱਚ ਦੱਸਣਾ ਨੇ। ਇਹ ਕਿਲੋ ਵੀ ਲੱਗ ਜਾਂਦਾ ਕਿੱਲੇ, ਯਾਨੀ ਕਿ 4 ਕਿਲੋ ਲਵਾਈ ਏ ਚੋਪੇ ਨਾਲ, ਠੀਕ ਹੈ। ਡਰਿਲ ਨਾਲ 8 ਕਿਲੋ ਏ, ਖੇੜੀ ਕਰਨੀ ਹੈ। ਹੁਣ ਜ਼ਿਮੀਦਾਰ ਦਾ ਆਪਣਾ ਹੈ ਵਕਫ ਹੈ, ਉਹ ਕਿਵੇਂ ਬਣਾਉਂਦਾ ਕਰਦਾ ਹੈ। ਲੇਕਿਨ नहीं जनवरी की मैं गल कर रहा, सर्दी का महीना सर्दी है जी। जनवरी के महीने च कितना भी जितना ज्यादा हुण लाओगे सर्दी उतना फायदा रहेगा जी। ठीक हो गया। लेट यानी कि उगेगा भिंडी का बीज, और सर्दी बहुत है, छापर लाओ तद भी लेट करेगा। लेकिन ये कि तुसी ज्यादा तो ज्यादा बीज लाओ, सघने तो सघना लाना है, काश्त दी करनी है। सघना होवे 2-2 इंच दे विच, दाने 2-2 लाई आने। ठीक हो गया। ਜ਼ਿਮੀਂਦਾਰ ਨੂੰ ਬੀਜ ਥੋੜਾ ਜ਼ਿਆਦਾ ਲਾਣਾ ਪੈਣਾ। ਠੀਕ ਹੋ ਗਿਆ ਤੇ ਇਨਸ਼ਾਅੱਲਾ ਫਸਲ ਚੰਗੀ ਹੋਵੇਗੀ। ਤੇ ਬੀਜ ਦਾ ਨਾਂ ਦੱਸੋ ਤੁਸੀਂ ਕਿਹੜਾ ਇਸਤੇਮਾਲ ਕਰਦੇ? ਮੈਂ ਆਪਣੀ ਰਾਏ ਦਾ ਇਜ਼ਹਾਰ ਬਾਅਦ ਵਿੱਚ ਕਰਾਂਗਾ। ਬਾਅਦ ਸਬਜ਼ੀ ਦਾ ਕੰਮ ਹੈ, ਰਾਈ ਬੱਚੇ ਸਾਰੀ ਉਮਰ ਕੀਤਾ ਹੈ। ਠੀਕ ਹੈ ਜੀ। ਤੇ ਸਬਜ਼ੀ ਦੇ ਨਾਲ ਨਾ ਅਸੀਂ ਸਾਰੀ ਉਮਰ ਭਿੰਡੀ ਦੇਸੀ ਹਰ ਕਰਦੇ ਕਰਦੇ ਹੁਣ ਤਾਂ ਮਿਹਰਬਾਨੀ ਹਾਈਬ੍ਰਿਡ ਆ ਗਏ, ਹਰ ਕਿਸਮ ਦੇ ਹਾਈਬ੍ਰਿਡ ਆ ਗਏ ਜੀ ਜੀ। ਗੋਭੀ ਹੈ, ਟਮਾਟਰ ਹੈ, ਭਿੰਡੀ ਜੋ ਵੀ ਸਬਜ਼ੀ ਹੈ ਜੀ ਜੀ, ਹਾਈਬ੍ਰਿਡ ਗਾਜਰ ਵੀ ਆ ਗਈ। ठीक है। हाईब्रिड ਦੇ ਵਿੱਚ ਅਸੀਂ ਭਿੰਡੀ ਪਿਛਲੇ 2 ਸਾਲ ਤੋਂ ਕਰ ਰਹੇ ਹਾਂ। ਠੀਕ ਹੈ। ਤੇ 2 ਸਾਲਾਂ ਸਾਨੂੰ ਹਾਈਬ੍ਰਿਡ ਫਾਇਦਾ ਹੋਇਆ ਤੇ ਉਹਦਾ ਨਾਮ ਹੈ ਸਬਜ਼ ਪਰੀ। ਸਬਜ਼ ਪਰੀ ਬਹੁਤ ਅੱਛੀ ਭਿੰਡੀ। ਠੀਕ ਹੈ। ਤੇ ਜੰਮਦੀ ਭਿੰਡੀ ਦੇਣ ਲੱਗ ਪਉਂਦੀ, ਯਾਨੀ ਕਿ ਤਕਰੀਬਨ ਅੱਧੇ ਫੁੱਟ ਤੋਂ ਭਿੰਡੀ ਸ਼ੁਰੂ ਹੋ ਜਾਂਦੀ, ਮਾਸ਼ਾਅੱਲਾ 3 ਫੁੱਟ ਤੱਕ ਕੱਦ ਕਰਦੀ ਹੈ। ਤੇ ਉਨੀ ਦੇ 7 ਮਹੀਨੇ ਲੰਘ ਜਾਂਦੇ ਨੇ, ਬੰਦਾ ਰੱਜ ਜਾਂਦਾ। 6 ਲੱਖ ਦਾ ਕਿੱਲਾ, ਅੱਲਾ ਖੈਰ। ਜਿਹੜੇ ਬੰਦੇ ਮੇਰੇ ਭਰਾ ਜ਼ਿਮੀਂਦਾਰ ਕਾਰੋਬਾਰ ਕਰਦੇ ਵੇ ਭਿੰਡੀ ਦਾ ਸਬਜ਼ੀ ਦਾ, हाईब्रिड बीज लावन, थोड़ी केयर करें, ख्याल रखें, रोजी कमान। ठीक है। अल्लाह पाक इन्हां नूं रोजी देगा सारियां नूं। तेरी जेहड़ी पसंद है वो है सब्ज़ बीज, सब्ज़ परी, सब्ज़ परी।
ਤੇ ਇੱਥੇ ਜ਼ਿਲ੍ਹਾ ਉਕਾੜ ਦੇ ਵਿੱਚ ਜ਼ਿਆਦਾਤਰ ਜਿਹੜੀ ਦੁਕਾਨਾਂ ਤੇ ਬੀਜ ਆਇਆ ਪਿਆ ਉਹ ਉਕਾਰਾ ਦਾ ਆਇਆ ਪਿਆ ਇੰਡੀਆ ਦਾ ਉਹਨਾਂ ਮੁਤਲਕ ਕੀ ਤੇਰਾ ਖਿਆਲ ਉਹ ਇਹਦੇ ਨਾਲ ਘੱਟ ਐਵਰੇਜ ਇੰਡੀਆ ਦਾ ਕੋਈ ਵੀ ਬੀ ਹੈ ਨਾ ਜੀ ਹਾਂਜੀ ਉਹ ਐਵਰੇਜ ਦਿੰਦਾ ਪੰਜਾਬ ਹੀ ਹੈ ਉਹ ਵੀ ਉੱਥੇ ਹੀ ਪੈਦਾ ਹੋਇਆ ਤੇ ਆਪਾਂ ਵੀ ਪੰਜਾਬ ਵਿੱਚ ਬੈਠੇ ਆ ਹਾਂਜੀ ਤੇ ਲੇਕਿਨ ਇੱਥੇ ਵੀ ਫਰਕ ਹੈ ਅੱਪਰ ਪੰਜਾਬ ਹੈ ਜ਼ਿਲ੍ਹਾ ਉਕਾੜਾ ਲਾਹੌਰ ਹਾਂ ਥਲ ਪੰਜਾਬ ਹੈ ਲਈਆ ਹਾਂ ਉਹਦੇ ਤੇ ਸਾਨੂੰ ਫਰਕ ਲੱਗ ਗਿਆ ਹਾਂਜੀ ਤੇ ਫਿਰ ਉਹ ਵੀ ਪੰਜਾਬ ਤਕਰੀਬਨ ਆਪਣਾ ਤਾਂ ਉਹਨਾਂ ਦਾ ਇੱਕੋ ਜਿਹਾ ਹੀ ਬੀਜ ਫਿਰ ਦੇਸੀ ਲਾ ਲਓ ਜਾਂ ਪੁਰਾਣਾ ਲਾ ਲਓ ਨਹੀਂ ਤਾਂ ਹਾਈਬ੍ਰਿਡ ਠੀਕ ਹੈ ਉਹਦੇ ਥੋੜਾ ਧਿਆਨ ਕਰਨਾ ਪਊ ਤਵੱਜੋ ਨਾਲ ਉਹਨੂੰ ਲਾਉਣਾ ਵੀ ਜਿਹੜੀ ਸਪਰੇ ਹੈ ਜੀ ਹਾਂਜੀ ਉਹਦੇ ਮੁਤਲਕ ਦੱਸੋ ਸਾਨੂੰ ਉਹ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਬੀਜ ਲਾਇਆ ਪਾਣੀ ਲਾ ਲਿਆ ਪੌਦਾ ਉੱਗ ਪਿਆ ਜੀ ਉਦੋਂ ਛੋਟੇ ਛੋਟੇ ਪੱਤੇ ਬਣਾਉਂਦਾ ਠੀਕ ਹੈ ਉਦੋਂ ਹੀ ਕੀੜੀ ਪੈ ਜਾਂਦੀ ਹੈ ਠੀਕ ਹੈ ਉੱਥੇ ਹੀ ਖਤਮ ਕਰ ਦਿੰਦੀ ਸਹੀ ਹੋ ਤੁਸੀਂ ਉਦੋਂ ਇੱਕ ਸਪਰੇਅ ਕਰਨਾ ਠੀਕ ਹੈ ਕੀੜੀ ਦਾ 40 ਦਿਨ ਬਾਅਦ ਪਾਣੀ ਲਾਣਾ ਉਹਦੇ ਵਿੱਚ ਫਿਰ 10 ਦਿਨ ਬਾਅਦ ਸਪਰੇਅ ਤੋਂ 10 ਦਿਨ ਬਾਅਦ ਫਿਰ ਸਪਰੇਅ ਕਰਨਾ ਠੀਕ ਹੈ ਫਿਰ ਖਿਆਲ ਰੱਖਣਾ ਜ਼ਿਮੀਦਾਰ ਦਾ ਕੰਮ ਹੈ ਡੇਲੀ ਸਬਜ਼ੀ ਚੈੱਕ ਕਰਨੀ ਉੱਤੇ ਜਾਣਾ ਵੇਖਣਾ ਕੋਈ ਕੀੜੀ ਤਾਂ ਨਹੀਂ ਕੀੜਾ ਨਹੀਂ ਪੈ ਰਿਹਾ ਕੋਈ ਰੰਗ ਤਾਂ ਨਹੀਂ ਖਰਾਬ ਪੀਲਾ ਤਾਂ ਨਹੀਂ ਕਰ ਰਹੀ ਰੰਗ ਇਹ ਖਿਆਲ ਰੱਖਣਾ ਠੀਕ ਹੋ ਇਹਦਾ ਹਾਈਬ੍ਰਿਡ ਦਾ ਖਿਆਲ ਤਵੱਜੋ ਜਿੰਨੀ ਕਰੋਗੇ ਉਹਨਾਂ ਰੋਜ਼ੀ ਕਮਾਓਗੇ ਇਹ ਜ਼ਰੂਰੀ ਕੋਈ ਵੀ ਸਬਜ਼ੀ ਹੈ ਜ਼ਿਮੀਦਾਰ ਨੂੰ ਡੇਲੀ ਚੈੱਕ ਕਰਨੀ ਪਵੇਗੀ ਅੱਜ ਕੱਲ ਜ਼ਹਿਰਾਂ ਨੇ ਪਾ ਕੇ ਸਬਜ਼ੀਆਂ ਆ ਜ਼ਮੀਨਾਂ 'ਚ ਤੇ ਬਿਮਾਰੀਆਂ ਅਸੀਂ ਆ ਵਧਾਈਆਂ ਹੋਈਆਂ ਨੇ ਦੋਆ ਪਾਣੀ ਲਾ ਕੇ ਫਿਰ ਹਰ 2 ਦਿਨ ਬਾਅਦ ਸਪਰੇ ਤੇ ਯਾਨੀ ਕਿ ਰੰਗਤ ਵਾਲੀ ਜੀ ਜੀ ਕਦੀ ਕੀੜੇ ਵਾਲੀ ਕਦੀ ਰੰਗਤ ਵਾਲੀ ਰੰਗਤ ਸਪਰੇ ਕਰਾਂਗੇ ਤੇ ਕਾਲੀ ਛਾ ਰਵੇਗੀ ਸਾਡੀ ਜ਼ਮੀਨਾਂ 'ਚ ਫਰਕ ਹੈ 20 ਹਾਈਬ੍ਰਿਡ ਨਹੀਂ ਫਰਕ ਠੀਕ ਹੋ ਗਿਆ ਉਹਦੇ ਬਾਅਦ ਸਾਨੂੰ ਸਪਰੇ ਕਰਨਾ ਪੈਂਦਾ ਪਹਿਲਾ ਪਾਣੀ ਜਿਹੜਾ ਹੈ ਉਹ ਕਿੰਨੇ ਦਿਨਾਂ ਬਾਅਦ ਲਾਉਣਾ ਚਾਹੀਦਾ ਹੈ ਪਹਿਲਾ ਪਾਣੀ ਪਹਿਲੇ ਦਿਨ ਦੂਸਰੇ ਇੱਕ ਬੀ ਲਾ ਕੇ ਖੇਲੀ ਤੇ ਤੁਸੀਂ ਚੋਪਾ ਲਾਇਆ ਤੇ ਪਾਣੀ ਲਾਇਆ ਠੀਕ ਹੋ ਗਿਆ ਉੱਗ ਪਿਆ ਤੇ ਦੂਸਰਾ ਪਾਣੀ ਅਸੀਂ ਕਦੋਂ ਲਾਉਣਾ 40 ਦਿਨ 40 ਦਿਨ ਬਾਅਦ ਲਾਉਣਾ ਹੁਣ ਤੁਸੀਂ ਮੈਂ ਤੇਜ਼ੀ ਨਾਲ ਸਵਾਲ ਤਾਂ ਕਰ ਰਿਹਾ ਵੀਡੀਓ ਲੰਬੀ ਨਾ ਹੋ ਜਾਵੇ ਕਿ ਇਹਨੂੰ ਜਿਹੜੀ ਗੋਡੀ ਦਾ ਸਿਸਟਮ ਹੈ ਗੋਡੀ ਖੁਦ ਕਰੋ ਠੀਕ ਹੈ ਸਪਰੇ ਗੰਦ ਜਿਹੜਾ ਹੈ ਨਾ ਉਹ ਗੰਦ ਵਾਲੀ ਸਪਰੇ ਕਰ ਲਓ ਠੀਕ ਹੋ ਅਗਰ ਉਹ ਮਰ ਜਾਵੇ ਠੀਕ ਨਹੀਂ ਤਾਂ ਗੋਡੀ 3-4 ਪੱਤਿਆਂ ਦੇ ਵਿੱਚ ਮੁਕੰਮਲ ਕਰੋ ਠੀਕ ਹੋ ਗਿਆ ਗੋਡੀ ਕਰਕੇ ਖੇਲੀ ਡਹਿ ਜਾਏਗੀ ਨਾ ਤੇ ਫਿਰ ਖੇਲੀ ਚਾੜ ਕੇ ਨੂੰ ਮਿੱਟੀ ਚਾੜ ਦਿਓ ਸਹੀ ਹੋ ਗਿਆ ਪਾਣੀ ਲਾਣੇ ਦੀ ਖੁਰਾਕ ਦੇਣੀ ਠੀਕ ਹੋ ਪੋਟਾਸ਼ ਦਾ ਖਿਆਲ ਰੱਖਣਾ 5 ਕਿਲੋ ਹਰ ਪਾਣੀ ਤੇ ਠੀਕ ਹੋ ਨਹੀਂ ਛੱਡਣੀ ਠੀਕ ਹੋ ਉਹ ਰੰਗਤ ਵੀ ਦੇਵੇਗੀ ਵਜ਼ਨ ਵੀ ਦੇਵੇਗੀ ਸਹੀ ਹੋ ਗਿਆ ਤਾਂ ਇਹ 10 ਮਣ ਤੇ ਪਹੁੰਚਦੀ ਠੀਕ ਹੋ ਹਰ ਪਾਣੀ ਤੇ ਜ਼ਿਮੀਦਾਰ ਸਮਝਦੇ ਨੇ ਮੇਰੇ ਭਰਾ ਹਾਂਜੀ ਖੁਰਾਕ ਦਿੱਤੀ ਆਓ ਤੇ ਭਿੰਡੀ ਲਾਈ ਆਓ ਤੇ ਫਰਟੀਲਾਈਜ਼ਰ ਜਿਹੜੀ ਹੈ ਡੀਏਪੀ ਜਿਵੇਂ ਪੋਟਾਸ਼ ਦੱਸੀ ਨੇ ਹਾਂਜੀ ਇਹ ਥੋੜੇ ਜੇ ਟਾਈਮ ਦੇ ਵਿੱਚ ਇਹ ਦੱਸੋ ਵੀ ਸਟਾਰਟਿੰਗ ਤੋਂ ਡੀਏਪੀ ਦੇਣੀ ਹੈ ਥੱਲੇ ਡੀਏਪੀ ਪਾ ਗੋਬਰ ਦੇਣੀ ਹੈ ਨਹੀਂ ਦੇਣੀ ਹਾਂਜੀ ਕੀ ਕਰਨਾ ਥੱਲੇ ਡੀਏਪੀ ਲਾ ਲੈਣੀ ਹੈ ਅੱਛਾ ਉੱਤੇ ਗੁਆਰਾ ਠੀਕ ਹੈ 2 ਪਾਣੀ ਨਾਲ ਗੁਆਰਾ ਲਾਈ ਆਉਣੀ ਨੈਟਰੋ ਦੀ ਇੱਕ ਬੋਰੀ ਲਾ ਦੇਣੀ ਉਹ ਮੁਕੰਮਲ ਹੋ ਗਈ ਨੈਟਰੋ ਤੇ ਜਿਹੜੀ ਹੈ ਡੀਏਪੀ ਹੈ ਤੁਹਾਡੀ ਇੱਕ ਬੋਰੀ ਮੁਕੰਮਲ ਸੁੱਟ ਦਿਓ ਵਿੱਚ ਇਕੱਠੀ ਭਾਵੇਂ ਸੁੱਟ ਦਿਓ ਸਹੀ ਹੈ ਉੱਤੇ ਗੁਆਰਾ ਪਾਣੀ ਠੀਕ ਹੈ ਅੱਧੀ ਬੋਰੀ 2 ਵਾਰੀ ਉਹ ਵੀ ਬੋਰੀ ਹੋ ਗਈ ਹਾਂਜੀ ਫਿਰ 5 ਕਿਲੋ ਪੋਟਾਸ਼ ਪਾਈ ਰੱਖਣੀ ਉੱਤੇ ਸਪਰੇਅ ਕੀਤੀ ਰੱਖਣੀ ਜਿੰਨੀ ਸਪਰੇਅ ਕਰੋਗੇ ਉਨੀ ਯਾਨੀ ਕਿ ਐਸ ਗੁਫ਼ਤਗੂ ਕਰਨ ਦਾ ਮਕਸਦ ਹੈ ਤੁਹਾਡੀ ਗੱਲ ਕੱਟ ਰਿਹਾ ਕਿ ਜਨਵਰੀ ਦੇ ਮਹੀਨੇ ਬਿਲਾ ਝਿਜਕ ਲਾ ਸਕਨੇ ਲਾ ਦਿਓ ਕੋਈ ਟੈਨਸ਼ਨ ਵਾਲੀ ਕੋਈ ਗੱਲ ਆਪਣੇ ਟਾਈਮ ਤੇ ਉਹਨੇ ਹੋਣਾ ਚਲੋ ਇਹ ਤਾਂ ਮੁਕੰਮਲ ਹੋਈ ਹੈ ਤਾਂ ਉਹਨੇ ਪੈਦਾ ਹੋਣਾ ਠੀਕ ਹੋ ਗਿਆ ਨਹੀਂ ਹੋਣਾ ਨਾਜ਼ਰੀਨ ਤੁਸੀਂ ਬਿਲਾ ਝਿਜਕ ਜਨਵਰੀ ਦੇ ਮਹੀਨੇ 'ਚ ਤੁਸੀਂ ਲਾ ਸਕਦੇ ਨੇ ਜੇ ਕੋਈ ਅੱਜ 10 ਤਰੀਕ ਹੈ ਤੁਸੀਂ ਅੱਜ ਲਾ ਲਓ 15 ਲਾ ਲਓ 20 ਲਾ ਲਓ ਲੇਕਿਨ 2-4 ਦਿਨ ਦਾ 5 ਦਿਨ ਦਾ ਆਗਾ ਪਿੱਛੇ ਹੋ ਜਾਂਦਾ ਲੇਕਿਨ ਜਦੋਂ ਉਹਦਾ ਟੈਂਪਰੇਚਰ ਪੂਰਾ ਹੋਏਗਾ ਨਾ ਉਹ ਖੁਦ ਉੱਗ ਜਾਏਗੀ ਤਿੰਨ ਉੱਤੇ ਲੋਕ ਕਹਿੰਦੇ ਨੇ ਅਸੀਂ ਛਾਪਰ ਦੇ ਦਿੰਦੇ ਦੇ ਦੇਵਣ ਛਾਪਰ ਨਾਲ ਹੀਟ ਬਣਦੀ ਤਾਂ ਸੂਰਜ ਹੋਵੇ ਤਾਂ ਸਹੀ ਹੋ ਗਿਆ ਸੂਰਜ ਨਹੀਂ ਹੈ ਤਾਂ ਫਿਰ ਵੀ ਉਹਦੀ ਹੀਟ ਨਹੀਂ ਇੰਨੀ ਜਮਣਾ ਨਹੀਂ ਠੀਕ ਹੋ ਗਿਆ ਸੂਰਜ ਹੀ ਛਾਪਰ ਦੇ ਵਿੱਚ ਵੀ ਹੀਟ ਬਣਾਉਂਦਾ ਯਾਨੀ ਕਿ ਛਾਪਰ ਸਾਨੂੰ ਫਿਰ ਲਾਉਣਾ ਚਾਹੀਦਾ ਹੈ ਜਨਵਰੀ ਦੇ ਮਹੀਨੇ 'ਚ ਇੱਕ ਮਹੀਨਾ ਪਹਿਲੇ ਲਾਈ ਹੁੰਦੀ ਬੀੜੀ ਤੇ ਹੁਣ ਛਾਪਰ ਲਾਇਆ ਹੁੰਦਾ ਛਾਪਰ ਵਿੱਚ ਬੀੜੀ ਲੱਗਣ ਲੱਗ ਪਵੇ ਜ਼ਿਮੀਦਾਰ ਸ਼ੌਕ ਪੂਰਾ ਕਰਨ ਨਾ ਫਿਰ ਮਾਸ਼ਾਅੱਲਾ ਤੁਸੀਂ ਬਣਾ ਲਿਆ ਹੈ ਤੇ ਜ਼ਿਮੀਦਾਰ ਤੁਹਾਨੂੰ ਪੁੱਛਦੇ ਰਹੇ ਤੁਸੀਂ ਦੱਸੀ ਰੱਖੋ ਹਰ ਮਹੀਨੇ ਦੀ ਤਰਤੀਬ ਮੇਰੇ ਤਾਂ ਬੇਮੌਸਮੀਆਂ ਸਬਜ਼ੀਆਂ ਹੋ ਰਹੀਆਂ ਨੇ ਅੱਜ ਕੱਲ ਜੀ ਐਵੇਂ ਤੁਸੀਂ ਕਰੀ ਜਾਓ ਦੱਸੀ ਜਾਓ ਬੰਦੇ ਕਮਾਈ ਜਾਣ ਕਿਹੜਾ ਰੋਲਾ ਤੁਸੀਂ ਤਾਂ ਬੜਾ ਚੰਗਾ ਕੀਤਾ ਜਿਹੜਾ ਜ਼ਿਮੀਦਾਰ ਭਰਾਵਾਂ ਵਾਸਤੇ ਕੀਤਾ ਤੇ ਇਹ ਤਾਂ ਬੜੇ ਸੌਖੇ ਹੋ ਗਏ ਜਿਹੜੇ ਵੀ ਮੇਰੇ ਵਰਗੇ ਭਰਾ ਨੇ ਜੇ ਕੋਈ ਕਮੀ ਪੇਸ਼ੀ ਹੈ ਤਾਂ ਮੀਆਂ ਅਫਜ਼ਲ ਸਾਹਿਬ ਤੋਂ ਮੀਆਂ ਪੁੱਛ ਕੇ ਤਾਂ ਕੱਢ ਲਈ ਇਹਨਾਂ ਕੋਲ ਰੋਜ਼ ਹੀ ਜ਼ਰਾਇਤ ਹੁੰਦੀ ਹੈ ਕੰਮ ਕਰਦੇ ਹੀ ਹੈ ਤੇ ਨਾਜ਼ਰੀਨ ਜਿਹੜੇ ਯੂਟਿਊਬਰ ਫੈਮਿਲੀ ਮੇਰੇ ਨਾਲ ਪਿਆਰ ਮੁਹੱਬਤ ਕਰਦੀ ਹੈ ਨਾ ਜੀ ਜਿਹੜੇ ਮੇਰੇ ਇਲਾਕੇ ਦੇ ਵਿੱਚ ਵੀ ਲੱਗਿਆ ਜਾ ਰਿਹਾ ਇਹ ਮੀਆਂ ਰਿਆਜ਼ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਹੈ ਲਈਏ ਦੇ ਵਿੱਚ ਔਰ ਆਪਣੇ ਦਿਲ ਦਾ ਔਰ ਜਿਸ ਤਰੀਕੇ ਦੇ ਨਾਲ ਇਹ ਕੱਢਦੇ ਪਏ ਨੇ ਜਿਸ ਤਰੀਕੇ ਦੇ ਨਾਲ ਮੇਰੇ ਇਲਾਕੇ ਦੇ ਵਿੱਚ ਗੱਡੀ ਜਾਂਦੀ ਹੈ ਉਹ ਇਹ ਜੀ 5 ਕਿਲੋ ਬੀਜ ਲਾਉਂਦੇ ਆ ਜਨਵਰੀ ਦੇ ਮਹੀਨੇ 'ਚ ਤੇ ਡੀਏਪੀ ਗੁਆਰਾ ਯੂਰੀਆ ਦੀ ਨਿਸਬਤ ਹੈ ਅਸੀਂ ਗੁਆਰੇ ਨੂੰ ਅਹਿਮੀਅਤ ਦਿੰਦੇ ਹਾਂ ਅੱਛੇ ਤਰੀਕੇ ਦੇ ਨਾਲ ਜ਼ਮੀਨ ਬਣਾ ਕੇ 20 ਦਿਨ ਪਹਿਲੇ ਅਸੀਂ ਉਹਨੂੰ ਘਾਸ ਵਾਲੀ ਸਪਰੇਅ ਕਰ ਦਿੰਦੇ ਹਾਂ ਫਿਰ 20 ਦਿਨ ਇੰਤਜ਼ਾਰ ਕਰਨੇ ਆ ਕਿਉਂਕਿ ਜਿਹੜੀ ਘਾਸ ਵਾਲੀ
ਸਪਰੇ ਹੁੰਦੀ ਉਹਦਾ ਜਿਹੜਾ ਅਸਰ ਹੁੰਦਾ 20 ਦਿਨ ਮਸਟ ਰਹਿੰਦਾ ਹੈ। ਅਗਰ 20 ਦਿਨਾਂ ਦੇ ਅੰਦਰ ਅੰਦਰ ਕੋਈ ਵੀ ਫਸਲ ਤੁਸੀਂ ਕਾਸ਼ਤ ਕਰੋਗੇ ਤਾਂ ਸਹੀ ਰਿਜ਼ਲਟ ਨਹੀਂ ਦੇਗੀ, ਨਹੀਂ ਉੱਗੇਗੀ। 20 ਦਿਨਾਂ ਤੋਂ ਬਾਅਦ ਫਿਰ ਅਸੀਂ ਕੋਈ ਵੀ ਫਸਲ ਗੜਨੇ ਆ, ਫਿਰ ਘਾਸ ਜਿਹੜਾ ਹੈ 1.5-2 ਮਹੀਨੇ ਉਹ ਨਹੀਂ ਉਗਦਾ, ਉਨੀ ਦੇਰ ਨੂੰ ਫਸਲ ਜਵਾਨ ਹੋ ਜਾਂਦੀ। ਲਿਹਾਜ਼ਾ ਜਿਹੜੇ ਮੇਰੇ ਦੋਸਤ ਮੇਰੇ ਨਾਲ ਮੁਹੱਬਤ ਕਰਦੇ ਨੇ, ਟੈਲੀਫੋਨ ਮੈਨੂੰ ਕਰਦੇ ਨੇ, ਪੁੱਛਦੇ ਨੇ, ਉਹ ਬਿਲਾ ਝਿਜਕ ਲਾਵਣ। ਤੇ ਅਸੀਂ ਜਿਹੜਾ ਇੱਥੇ ਬੀਜ ਲਾਉਂਦੇ ਆ, ਮੇਰੇ ਇਲਾਕੇ 'ਚ ਲੱਗਦਾ ਹੈ ਥੋੜੀ ਤਾਦਾਦ ਦੇ ਲੋਕ ਲਾਉਂਦੇ ਨੇ, ਦੇਸੀ ਲਾਉਂਦੇ ਨੇ। ਦੂਏ ਸਟੈਪ ਤੇ ਉਹ ਬੀਜ ਓਕਾਰਾ ਲਾਉਂਦੇ ਨੇ, ਇਹ ਇੰਡੀਆ ਦਾ ਬੀਜ ਹੈ, ਉਹਦਾ ਕੱਦ ਥੋੜਾ ਲੰਮਾ ਹੋ ਜਾਂਦਾ ਹੈ। ਤੇ ਜਿਹੜਾ ਮੀਆਂ ਰਿਆਜ਼ ਨੇ ਦੱਸਿਆ ਪਰੀ ਬੀਜ, ਸਬਜ਼ ਪਰੀ ਬੀਜ, ਉਹਦਾ ਕੱਦ ਦਰਮਿਆਨਾ ਹੁੰਦਾ ਹੈ, ਪਤਲੀ ਭਿੰਡੀ ਹੁੰਦੀ ਤੇ ਲੰਮੀ ਹੁੰਦੀ ਹੈ। ਇਹ ਹੁਣ ਮਿਲਦੀ ਕਿਵੇਂ? ਮੇਰੇ ਇਲਾਕੇ ਦੇ ਵਿੱਚ ਮਿਲਦੀ ਪਈ ਹੈ 2500 ਰੁਪਏ ਕਿਲੋ। ਤੇ ਜਿਹੜਾ ਮੀਆਂ ਰਿਆਜ਼ ਲਾ ਕੇ ਆਇਆ, ਹੁਣ 5 ਕਿੱਲੇ ਲਾ ਕੇ ਆ ਗਏ ਨੇ, ਉਹ 3000 ਤੋਂ 1 ਕਿਲੋ ਹੈ ਜੀ, 3000 ਤੋਂ 1 ਕਿਲੋ ਹੈ। ਅਗਰ ਕੋਈ ਗੁਫ਼ਤਗੂ ਦੇ ਦੌਰਾਨ ਸਵਾਲ ਰਹਿ ਗਿਆ ਹੈ, ਗੁਫ਼ਤਗੂ ਇਨਸਾਨ ਕਰਦਾ ਹੈ, ਕੋਈ ਨਾ ਕੋਈ ਮਿਸਿੰਗ ਹੋ ਜਾਂਦੀ ਹੈ, ਤੁਸੀਂ ਕਮੈਂਟਸ ਦੇ ਵਿੱਚ ਉਹ ਪੁੱਛ ਸਕਦੇ ਨੇ, ਮੈਂ ਤੁਹਾਡੇ ਨਾਲ ਟੱਚ ਰਵਾਂਗਾ ਤੇ ਤੁਸੀਂ ਵੀਰਾ ਮੇਰੇ ਨਾਲ ਟੱਚ ਰਹੋ। ਤੇ ਬਿਲਾ ਝਿਜਕ ਤੁਸੀਂ ਭਿੰਡੀ ਦਾ ਬੀਜ ਲਾਓ, ਭਿੰਡੀ ਲਾਓ, ਆਪਣੀ ਮਰਜ਼ੀ ਦੇ ਮੁਤਾਬਕ ਲਾ ਲਓ। ਅਗਰ ਸਾਡਾ ਬੀਜ ਤੁਹਾਨੂੰ ਪਸੰਦ ਨਹੀਂ, ਅਸੀਂ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ ਜਿੰਦੇ ਤੇ ਸਾਨੂੰ ਅਬੂਰ ਹਾਸਲ ਹੈ। ਟੋਟਲ 8 ਕਿਸਮਾਂ ਦਾ ਬੀਜ ਹੈ ਭਿੰਡੀ ਦਾ। ਹਰ ਬੰਦਾ ਆਪਣੀ ਪਸੰਦ ਦਾ ਲਾਉਂਦਾ, ਕੋਈ ਕਹਿੰਦਾ ਮੈਨੂੰ ਫਲਾਣਾ ਪਸੰਦ ਹੈ, ਕੋਈ ਕਹਿੰਦਾ ਮੈਨੂੰ ਦੇਸੀ ਪਸੰਦ ਹੈ, ਕੋਈ ਕਹਿੰਦਾ ਮੈਨੂੰ ਉਕਾਰਾ ਪਸੰਦ ਹੈ, ਕੋਈ ਕਹਿੰਦਾ ਮੈਨੂੰ ਸਬਜ਼ ਪਰੀ ਪਸੰਦ ਹੈ। ਲਿਹਾਜ਼ਾ ਜਿਹੜਾ ਵੀ ਬੀਜ ਤੁਹਾਨੂੰ ਪਸੰਦ ਹੈ ਤੁਸੀਂ ਲਾਜ਼ਮੀ ਲਾਓ, ਕਿਉਂਕਿ ਤੁਸੀਂ ਲਾਣਾ ਆਪਣੇ ਇਲਾਕੇ ਦੇ ਮੁਤਾਬਕ। ਤੇ ਉਸ ਤੋਂ ਬਾਅਦ ਤੁਸੀਂ ਛਾਪਰ ਵੀ ਦੇ ਸਕਦੇ ਨੇ। ਤੇ ਮੈਂ ਇਹਨਾਂ ਲਫ਼ਜ਼ਾਂ ਨਾਲ ਇਜਾਜ਼ਤ ਚਾਹਨਾ ਤੇ ਮੇਰੇ ਚੈਨਲ ਨੂੰ ਲਾਈਕ ਵੀ ਕੀਤਾ ਕਰੋ, ਸਬਸਕ੍ਰਾइब भी, और कमेंट्स से अपना राय का इजहार भी किया करो। अल्लाह हाफिज।